मैं ਜਿਹੜੇ ਨਿਸ਼ਾਨ ਸਾਹਿਬ ਨੂੰ ਬੱਚੇ ਸਾੜਦੇ ਤੁਸੀਂ ਦੇਖੇ ਸੀਗੇ ਉਹਦਾ ਕੇਸ ਮੈਂ ਰਜਿਸਟਰ ਕਰਾ ਰਿਹਾ। ਕੰਗਨਾ ਰਣੌਤ ਦਾ ਟਵੀਟ ਮੈਂ ਕੈਂਸਲ ਕਰਾ ਰਿਹਾ ਵਾਂ। ਜੇ ਸੜਕ ਦੇ ਉੱਤੇ ਮੀਆਂ ਬੀਵੀ ਨੂੰ ਕਿਸੇ ਨੇ ਅੱਧੀ ਰਾਤੀ ਕੁੱਟਿਆ 2:30 ਵਜੇ ਰਾਣੀ ਬਾਗ ਜਾ ਕੇ ਉਹਨਾਂ ਦਾ ਕੇਸ ਮੈਂ ਰਜਿਸਟਰ ਕਰਾ ਰਿਹਾ। ਸਿੱਖ ਬੱਚੇ ਨੂੰ ਕੋਈ ਇੱਥੇ ਕਸ਼ਮੀਰੀ ਗੇਟ ਕੁੱਟਦਾ ਪਿਆ ਉਹਦਾ ਕੇਸ ਮੈਂ ਜਾ ਕੇ ਰਜਿਸਟਰ ਕਰਾ ਰਿਹਾ। ਇਹ ਸਾਰੀ ਗੱਲਾਂ ਤੁਸੀਂ ਕਵਰ ਕੀਤੀਆਂ ਨੇ ਤੇ ਉਹ ਤਾਂ ਕਿਤੇ ਆਏ ਨਹੀਂ। ਉਹ ਸਰਸਾ ਸਾਹਿਬ ਕਿਤੇ ਨਜ਼ਰ ਹੀ ਨਹੀਂ ਆਏ, ਨਾ 26 ਨੂੰ, ਨਾ 27 ਨੂੰ, ਨਾ 28 ਨੂੰ, ਨਾ 29 ਨੂੰ। ਮੈਨੂੰ ਤਾਂ ਇਹਨਾਂ ਨੇ ਝੂਠੇ ਮੁਕਦਮੇ ਪਾ ਕੇ ਝੂਠੀਆਂ ਸ਼ਿਕਾਇਤਾਂ ਕਰਕੇ ਚੋਰ ਸਾਬਤ ਕਰਕੇ ਕੱਢਣ ਦੀ ਕੋਸ਼ਿਸ਼ ਕੀਤੀ। ਸਰਨਾ ਸਾਹਿਬ ਤੇ ਵੀ FIR ਹੋਈਆਂ, ਸਰਸਾ ਸਾਹਿਬ ਤੇ ਵੀ ਹੋਈ, ਪ੍ਰਧਾਨ ਬਣੇ ਨੇ। ਮਨਜੀਤ ਸਿੰਘ ਤੇ FIR ਨਹੀਂ ਹੋਈ ਸੀ, 3 ਮਹੀਨੇ ਬਾਅਦ FIR ਹੁੰਦੀ, ਸਿਰਫ ਕੰਪਲੇਂਟ ਥਾਣੇ 'ਚ ਗਈ ਸੀ, ਅਸਤੀਫਾ ਦੇ ਕੇ ਬਾਹਰ ਆ ਗਿਆ ਸੀ। ਕਿ ਜੇ ਮਨਜੀਤ ਸਿੰਘ ਅਸਤੀਫਾ ਦੇ ਗਿਆ ਸੀ ਤੇ ਤੁਹਾਡੇ ਤੇ FIR ਹੋ ਗਈ, ਤੁਸੀਂ ਅੰਦਰ ਬਹਿ ਕੇ ਕਾਗਜ਼ ਆਪਣੇ ਸਿੱਧੇ ਪੁੱਠੇ ਕਰਦੇ ਪਏ ਹੋ, ਤੁਸੀਂ ਅਸਤੀਫਾ ਕਿਉਂ ਨਹੀਂ ਦਿੱਤਾ? ਲੋਕਾਂ ਦੀ ਕਚਹਿਰੀ ਚਾਹੁੰਦੇ। ਸਰਸਾ ਸਾਹਿਬ ਜਿਹੜੇ ਨੇ ਉਹ ਵਿਕਟਿਮ ਕਾਰਡ ਪਲੇ ਕਰਨਾ ਚਾਹੁੰਦੇ ਨੇ। ਦੇਖੋ ਮੈਂ ਕਿਸਾਨਾਂ ਦੀ ਮਦਦ ਕੀਤੀ, ਮੇਰੇ ਨਾਲ ਧੱਕਾ ਹੋ ਰਿਹਾ, ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਸਿੰਬਲ ਬਚਾ ਲਿਆ। ਇਹ ਸਾਰੇ ਡਰਾਮੇ ਕਰ ਰਹੇ ਨੇ ਕਿ ਅਪ੍ਰੈਲ ਦਾ ਮਹੀਨਾ ਅਸੀਂ ਟੀਚਰਾਂ ਨੂੰ ਪੂਰੀ ਤਨਖਾਹ ਦੇ ਦਿਆਂਗੇ। ਭਾਈ 2 ਸਾਲ ਤੋਂ ਕਿਉਂ ਨਹੀਂ ਦਿੰਦਾ? ਸਟਾਫ ਦਾ ਮਸਲਾ, ਟੀਚਰਾਂ ਦਾ ਮਸਲਾ, ਜਿੱਧਰ ਤੱਕ ਮੇਰੀ ਨੌਲੇਜ ਹੈਗੀ ਉਹ ਤੁਹਾਡੇ ਵੇਲੇ ਵੀ ਸੀਗਾ। ਉਹ ਕੋਈ ਮਨਜਿੰਦਰ ਸਿੰਘ ਸਰਸਾ ਨੇ ਆਪ 100% ਪੈਦਾ ਕੀਤਾ ਹੋਇਆ ਨਹੀਂ ਹੋ ਸਕਦਾ। ਮੈਨੂੰ ਲੱਗਦਾ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਤੁਹਾਡੇ ਸਾਹਮਣੇ ਵੀ ਪਣ ਪਿਆ ਸੀਗਾ। ਸੋਲੂਸ਼ਨ ਤਾਂ ਤੁਸੀਂ ਵੀ ਕੱਢ ਸਕਦੇ ਸੀਗੇ ਨਾ। ਗੱਲ ਇੱਧਰ ਤੱਕ ਪਹੁੰਚੀ ਕਿਤੇ? ਤੁਸੀਂ ਆਪਣੇ ਵੱਲੋਂ ਜਦੋਂ ਪ੍ਰਧਾਨ ਸੀਗੇ ਉਦੋਂ ਸਟਾਫ ਵਾਸਤੇ ਕੀ ਕੰਮ? ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ 6 ਪੇ ਕਮਿਸ਼ਨ ਵੀ ਦਿੱਤਾ, ਮੈਂ ਏਰੀਅਰ ਵੀ ਦਿੱਤੇ। ਅੱਜ ਟੀਚਰਾਂ ਨੂੰ ਤੁਸੀਂ 49% ਤਨਖਾਹ ਦੇ ਰਹੇ ਹੋ, 49%। ਪਰ ਫਿਰ ਵੀ ਤੁਹਾਡੇ ਵੱਲ ਵੀ ਸੀ, ਤਨਖਾਹਾਂ ਟਾਈਮ ਤੇ ਨਹੀਂ ਸੀ ਮਿਲਦੀਆਂ ਉਦੋਂ ਸਰ? ਸਾਰਿਆਂ ਨੇ ਕੀਤਾ ਸੀ। ਸਿੰਘ ਸਰਸਾ ਨੇ ਵੀ 100% ਕੀਤਾ ਸੀ। ਤੁਹਾਡੇ ਚੈਨਲ ਤੇ ਝੂਠ ਮਾਰ ਕੇ ਨਿਕਲ ਜਾਂਦੇ ਨੇ, ਜਦੋਂ ਮਰਜ਼ੀ ਝੂਠ ਬੋਲ ਕੇ ਚਲੇ ਜਾਂਦੇ ਨੇ। 90 ਬੰਦੇ ਮੈਨੂੰ ਕਿਰਪਾਨਾਂ ਮਾਰ ਰਹੇ ਨੇ। ਸਰਕਾਰ ਕਾਂਗਰਸ ਦੀ ਸੀ, ਮੇਰੇ ਉੱਤੇ ਹੀ 307 ਲਾ। ਅੱਜ 2012 ਤੋਂ 2021 ਆ, ਕਿੰਨੇ ਸਾਲ? 9 ਸਾਲ। ਮਨਜੀਤ ਸਿੰਘ ਕੁਛ ਹੋਏਗਾ ਨਾ ਜੀ, ਕੋਈ ਤਾਕਤ ਰੱਖਦਾ ਹੋਏਗਾ। ਸਰਕਾਰੇ ਦਰਬਾਰੇ ਕੋਈ ਸਰਕਾਰ ਹੋਵੇ, ਮੇਰੀ ਕਿਤੇ ਨਾ ਕਿਤੇ ਪਹੁੰਚ ਹੋਏਗੀ। ਹਾਲੇ ਤੱਕ ਮੇਰਾ ਮੁਕੱਦਮਾ ਨਹੀਂ ਕੈਂਸਲ ਹੋਇਆ। ਮੈਂ ਰੋਜ਼ ਤਰੀਕ ਭੁਗਤਣ ਜਾਣਾ ਰਾਊਜ਼ ਐਵਨਿਊ ਕੋਰਟ ਵਿੱਚ। ਚਮਨ ਸਿੰਘ ਮੇਰੇ ਨਾਲ ਹੁੰਦਾ, ਪਰਮਜੀਤ ਸਿੰਘ ਰਾਣਾ ਮੇਰੇ ਨਾਲ ਹੁੰਦਾ। ਅੱਜ ਤੱਕ ਮੈਂ ਨਹੀਂ ਕੈਂਸਲ ਕਰਾ ਸਕਿਆ ਝੂਠਾ ਕੇਸ। ਇਹ ਕੇਸ ਕੌਣ ਕੈਂਸਲ ਕਰਾਏਗਾ? ਇਹ 10 ਸਾਲੇ ਬੱਚਿਆਂ ਦੇ ਜਦੋਂ ਸਰਕਾਰੀ ਨੌਕਰੀ ਜਾਂ ਕਿਤੇ ਇਹਨਾਂ ਨੇ MNC ਮਲਟੀਨੈਸ਼ਨਲ ਕੰਪਨੀ ਕੋ ਅਪਲਾਈ ਕੀਤਾ, ਅੱਜ ਪੰਜਾਬ ਸਾਰਾ ਬਾਹਰ ਭੱਜੀ ਜਾਂਦਾ। ਜਦੋਂ ਪਾਸਪੋਰਟ ਅਪਲਾਈ ਕੀਤਾ, ਜਦੋਂ ਇਹਨਾਂ ਨੇ ਆਰਮਜ਼ ਲਾਇਸੈਂਸ ਅਪਲਾਈ ਕੀਤਾ, ਇਹਨਾਂ ਨੂੰ ਜਦੋਂ ਪੁਲਿਸ ਰਿਪੋਰਟ ਮੰਗੀ ਜਾਏਗੀ ਤਾਂ ਕੀ ਆਏਗਾ? 307 ਦਾ ਮੁਕੱਦਮਾ, ਆਗਜ਼ਨੀ ਦਾ ਮੁਕੱਦਮਾ, ਲੂਟਿੰਗ ਦਾ, ਟ੍ਰੈਸਪਾਸਿੰਗ ਦਾ, ਪਬਲਿਕ ਪ੍ਰਾਪਰਟੀ ਡੈਮੇਜ। APS ਗਿੱਲ ਨੇ ਕਿਤਾਬ 'ਚ ਲਿਖਿਆ ਕਿ ਦਿਨੇ ਬਾਦਲ ਖਾੜਕੂਆਂ ਦਾ ਸੰਸਕਾਰ ਅਟੈਂਡ ਕਰਦਾ ਸੀ, ਸ਼ਾਮੀ ਮੇਰੇ ਨਾਲ ਮੀਟਿੰਗ ਕਰਦਾ ਸੀ ਕਿ ਫਲਾਣੇ ਪਿੰਡ 'ਚ ਬੈਠੇ ਨੇ, ਹੋਰ ਖਾੜਕੂ ਚੱਕ ਦਿਓ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ ਕੇ ਸਾਡੇ ਨਾਲ ਜੁੜੇ ਹੋਏ ਨੇ, ਜਾਗੋ ਪਾਰਟੀ ਦੇ ਇੰਟਰਨੈਸ਼ਨਲ ਪ੍ਰਧਾਨ ਨੇ। ਜੁੜਦੇ ਉਹਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਦੇ ਤੁਸੀਂ ਲੰਬੇ ਚਿਰ ਪ੍ਰਧਾਨ ਰਹੇ ਹੋ, ਦਿੱਲੀ ਕਮੇਟੀ ਦੇ ਤੁਸੀਂ 6 ਸਾਲ ਪ੍ਰਧਾਨ ਰਹੇ ਹੋ। ਸਿੰਬਲ ਦੇ ਬਾਰੇ ਮੈਂ ਜਾਣਨਾ ਚਾਹਾਂਗਾ ਕਿ ਕਿਉਂਕਿ ਸਿੰਬਲ ਜਿਹੜਾ ਅਕਾਲੀ ਦਲ ਦਾ ਜਿਹੜਾ ਸੀਗਾ ਉਹ ਸਰਕਾਰ ਵੱਲੋਂ ਕੈਂਸਲ ਕਰ ਦਿੱਤਾ ਗਿਆ ਸੀਗਾ। ਕੱਲ ਫੇਰ ਬਹਾਲ ਕਰਾ ਕੇ ਲਿਆਏ ਨੇ ਮਨਜਿੰਦਰ ਸਿੰਘ ਸਰਸਾ। ਪਹਿਲੇ ਵੀ ਸਿੰਬਲ ਨੂੰ ਲੈ ਕੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਗੱਲਬਾਤ ਹੁੰਦੀ ਰਹੀ ਹੈ। ਤੁਸੀਂ ਆਪ ਸਾਡੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਇੱਕ ਐਫੀਡੇਵਿਟ ਦੇ ਕੇ ਸੁਖਬੀਰ ਸਿੰਘ ਬਾਦਲ ਇੱਕ ਰਾਤ ਪਹਿਲੇ ਹੀ ਸਾਰੇ ਕੈਂਡੀਡੇਟਾਂ ਨੂੰ ਜਿਹੜਾ ਹੈਗਾ ਟਿਕਟ ਦਿੰਦੇ ਨੇ। ਇਹ ਮਸਲਾ ਕੀ ਹੈ? ਬਾਰ-ਬਾਰ ਕਿਉਂ ਸਿੰਬਲ ਦਾ ਇਸ਼ੂ ਆਂਦਾ? ਔਰ ਅੱਜ ਜੇ ਅਕਾਲੀ ਦਲ ਨੂੰ ਸਿੰਬਲ ਮਿਲਿਆ ਤੇ ਅੱਜ ਪੂਰਾ ਚਾਹ ਜਿਹੜਾ ਸਾਰਿਆਂ ਦੇ ਵਿੱਚ ਚੜ ਗਿਆ ਹੈਗਾ। ਗੱਲ ਇਹ ਹੈ ਕਿ 2010 ਦੇ ਵਿੱਚ ਇੱਕ ਉਹ ਕਰਾਇਆ ਸੀਗਾ, ਇਹਨਾਂ ਨੇ ਅਮੈਂਡਮੈਂਟ ਕੀਤੀ ਸੀਗੀ ਐਕਟ ਦੇ ਵਿੱਚ, ਸ਼ੀਲਾ ਦੀਕਸ਼ਿਤ ਨੇ। ਔਰ ਅਮੈਂਡਮੈਂਟ ਇਹ ਕੀਤੀ ਸੀਗੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਧਾਰਮਿਕ ਪਾਰਟੀਆਂ ਜਿਹੜੀਆਂ ਸੁਸਾਇਟੀਜ਼ ਐਕਟ 'ਚ ਰਜਿਸਟਰਡ ਹੋਣ ਉਹ ਹੋ ਸਕਦੀਆਂ। ਨਾ ਸਰਨਾ ਸਾਹਿਬ ਦੀ ਪਾਰਟੀ ਸੀ, ਨਾ ਸ਼੍ਰੋਮਣੀ ਅਕਾਲੀ ਦਲ ਸੀਗਾ। 2013 'ਚ ਏਡੀ ਰੌਲਾ ਨਹੀਂ ਪਿਆ, ਲੇਕਿਨ 2017 'ਚ ਸਾਨੂੰ ਸਿੰਬਲ ਮਿਲ ਹੀ ਨਹੀਂ ਸਕਦਾ ਸੀਗਾ। ਪੋਲੀਟੀਕਲ ਪ੍ਰੈਸ਼ਰ ਪਾ ਕੇ ਸੁਖਬੀਰ ਸਿੰਘ ਬਾਦਲ ਨੇ LG ਨੂੰ ਘਵਾ ਕੇ ਹੋਮ ਮਿਨਿਸਟਰ ਤੋਂ ਔਰ ਕਈ ਕੁਝ ਕਰਕੇ ਅਖੀਰ ਤੁਸੀਂ ਦੇਖੋ 8 ਤਰੀਕ ਨੂੰ ਲਾਸਟ ਨੋਮੀਨੇਸ਼ਨ ਸੀ, 8 ਫਰਵਰੀ ਨੂੰ। ਅਕਾਲੀ ਦਲ ਦੇ 46 ਕੈਂਡੀਡੇਟਾਂ ਨੇ 8 ਨੂੰ ਨੋਮੀਨੇਸ਼ਨ ਭਰੇ, ਕਿਉਂਕਿ 7 ਤਰੀਕ ਰਾਤ 11 ਵਜੇ ਸੁਖਬੀਰ ਸਿੰਘ ਬਾਦਲ ਨੇ ਸਾਡੀਆਂ ਟਿਕਟਾਂ ਸਾਈਨ ਕੀਤੀਆਂ। ਉਹਦੇ 'ਚ ਇਹ ਸੀਗਾ ਕਿ ਇਹ ਪੋਲੀਟੀਕਲ ਪਾਰਟੀ ਹੈ, ਇਹ MLA ਵੀ ਲੜਦੀ ਹੈ, MP ਵੀ ਲੜਦੀ, ਪੰਜਾਬ 'ਚ ਵੀ ਲੜਦੀ, ਦਿੱਲੀ 'ਚ ਵੀ ਲੜਦੀ ਹੈ।
ਇਹ ਐਫੀਡੇਵਿਟ ਨਹੀਂ ਦੇ ਸਕਦੇ ਸੀਗੇ। ਔਰ 2017 ਦੀ ਇਲੈਕਸ਼ਨਾਂ ਹੋ ਗਈਆਂ, ਅਸੀਂ ਜਿੱਤ ਗਏ, ਉਦੋਂ ਮੈਂ ਹੈੱਡ ਕਰਦਾ ਸੀਗਾ। ਇੱਕ ਆਮ ਅਕਾਲੀ ਦਲ ਉਹਨੇ ਕੇਸ ਪਾਤਾ 2017 'ਚ, ਔਰ ਇਸੇ ਰੂਲ 14 'ਚ ਮੇਰੀ ਇੱਕ ਪੁਰਾਣੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਪੰਥਕ, ਉਹ ਵੀ ਡਿਸਲੌ ਹੋਈ, ਉਹ ਵੀ ਕੈਂਸਲ ਹੋਈ। ਉਹ ਕੇਸ ਦਾ ਚੱਲਦਾ ਚੱਲਦੇ ਉਹਦਾ ਫੈਸਲਾ ਜਿਹੜਾ ਇਹ ਹੁਣ ਆ ਕੇ ਹੋਇਆ, ਔਰ ਹੁਣ ਆ ਕੇ ਬੈਂਚ ਨੇ ਫੈਸਲਾ ਕਰ ਦਿੱਤਾ ਕਿ ਜਿਹੜਾ ਇਹ ਰੂਲ ਹੈ ਇਹ ਫੋਲੋ ਹੋਣਾ ਚਾਹੀਦਾ ਇਨ ਲੈਟਰ ਇਨ ਸਪਿਰਿਟ। ਉਹਦੇ 'ਚ ਸਰਨਾ ਸਾਹਿਬ ਦਾ ਵੀ ਜਾਂਦਾ ਸੀਗਾ ਸਿੰਬਲ, ਤੇ ਸਰਸਾ ਸਾਹਿਬ ਦਾ ਵੀ ਜਾਂਦਾ ਸੀ। ਸਰਨਾ ਸਾਹਿਬ ਨੇ ਕੋਈ ਸੁਸਾਇਟੀ ਰਜਿਸਟਰ ਹੋਣ ਦੀ ਐਪਲੀਕੇਸ਼ਨ ਦਿੱਤੀ ਸੀ, ਉਹਨਾਂ ਨੇ ਉਹ ਮੈਨੇਜ ਕਰ ਲਿਆ, ਪਲੱਸ ਉਹਨਾਂ ਨੇ ਐਫੀਡੇਵਿਟ ਦੇ ਦਿੱਤਾ ਕਿ ਸਾਡੀ ਧਾਰਮਿਕ ਪਾਰਟੀ ਹੈ, ਸਾਡੀ ਰਿਲੀਜੀਅਸ ਪਾਰਟੀ ਨਹੀਂ ਹੈ। ਜਿਹੜੀ ਐਫੀਡੇਵਿਟ ਸਰਸਾ ਸਾਹਿਬ, ਸੁਖਬੀਰ ਸਿੰਘ ਸਰਸਾ ਨਹੀਂ, ਸੁਖਬੀਰ ਸਿੰਘ ਬਾਦਲ ਨਹੀਂ ਦੇ ਸਕਦਾ ਸੀ, ਕਿਉਂਕਿ ਇਹਨਾਂ ਨੇ ਐਮਐਲਏ ਲੜਨੀ ਹੈ, ਇਹਨਾਂ ਨੇ ਦੂਜੀ ਇਲੈਕਸ਼ਨ ਲੜਨੀ ਹੈ। ਜੇ ਉਹ ਦੇ ਦੇਣ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚੋਂ ਇਹ ਡਿਸਲੌ ਹੋ ਜਾਣੀ ਸੀ, ਇਹਦੀ ਪਾਰਟੀ ਖਤਮ ਹੋ ਜਾਣੀ ਸੀ। ਤਾਂ ਹੀ ਸ਼ਾਇਦ ਡਿਸਲੌ ਤਾਂ ਹੀ ਹੋਏ ਸੀਗੇ, ਤਾਂ ਹੀ ਉਹ ਸਿੰਬਲ ਰੱਦ ਹੋਇਆ ਸੀਗਾ। ਹੁਣ ਵਾਪਸ ਫਿਰ ਕਿਸ ਵਿਹਾਰ ਤੇ ਆ ਗਿਆ ਕਿ ਹਰ ਸਾਲ ਪਿਛਲੀ ਵਾਰ ਦੀ ਤਰ੍ਹਾਂ ਹੁਣ ਵੀ ਕੋਈ ਐਫੀਡੇਵਿਟ ਦਿੱਤਾ ਹੋਏਗਾ? ਨਹੀਂ, ਕੋਈ ਐਫੀਡੇਵਿਟ ਨਹੀਂ ਦਿੱਤਾ। ਇਹਨਾਂ ਨੇ ਜਦੋਂ ਦੁਬਾਰਾ ਪਹਿਲੇ ਕੋਰਟ 'ਚੋਂ ਹਾਰਦੇ ਨੇ, ਦੁਬਾਰਾ ਕੋਰਟ 'ਚ ਜਾਂਦੇ ਨੇ, ਉਦੋਂ ਜਿਹੜੇ ਨਵੇਂ ਜੱਜ ਕੋਲ ਜਾਂਦੇ ਨੇ ਉਹ ਆਖਦੇ ਨੇ ਕਿ ਤੁਸੀਂ ਲਾਸਟ ਮੂਮੈਂਟ ਤੇ ਆ ਕੇ ਫੈਸਲਾ ਲਿਆ, ਚਾਹੀਦਾ ਇਹ ਸੀਗਾ ਕਿ ਇਹਨਾਂ ਨੂੰ ਪਹਿਲੇ ਹੀ ਰਿਜੈਕਟ ਕਰ ਦਿੱਤਾ ਜਾਂਦਾ। ਹੁਣ ਇਹਦੇ 'ਚ ਕਿਹਦਾ ਕਸੂਰ ਹੈ, ਕਿਉਂ ਲੇਟ ਹੋਇਆ, ਕਿਉਂ ਨਹੀਂ ਹੋਇਆ, ਅਲੱਗ ਗੱਲ ਹੈ। ਲੇਕਿਨ ਇਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਮਿਲ ਗਿਆ ਕਿ ਤੁਸੀਂ ਇਲੈਕਸ਼ਨ ਤੋਂ 4 ਦਿਨ ਪਹਿਲੇ ਕਿੱਦਾਂ ਕੋਰਟ ਨੇ ਆਖਿਆ ਕਿ ਤੁਸੀਂ ਇਸ ਨੂੰ ਰਿਜੈਕਟ ਕਰ ਲਿਆ, ਤੁਸੀਂ ਇਹਨਾਂ ਨੂੰ ਰਿਜੈਕਟ ਕਰ ਦਿੱਤਾ। ਇਹਨਾਂ ਨੂੰ ਪਹਿਲੇ ਟਾਈਮ ਦਿੰਦੇ ਤੇ ਇਹ ਸ਼ਾਇਦ ਆਪਣੀ ਅਮੈਂਡਮੈਂਟ ਕਰ ਲੈਂਦੇ। ਉੱਥੇ ਬਹਿਸ ਆਪਸ ਹੋਈ ਹੈ, ਮੈਂ ਉਹਦੇ 'ਚ ਪਾਰਟੀ ਨਹੀਂ ਹੈਗਾ। ਮੈਂ ਇਹ ਸਮਝਦਾ ਵਾਂ ਕਿ ਸਰਸਾ ਸਾਹਿਬ ਇਲਜ਼ਾਮ ਲਾ ਰਹੇ ਨੇ ਸਾਡੇ ਤੇ, ਹੋਰ ਵੀ ਕਈਆਂ ਤੇ ਲਾ ਰਹੇ ਨੇ। ਸਰਸਾ ਸਾਹਿਬ ਕੋਰਟ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹ ਜਾ ਰਹੀ ਹੈ। ਆਮ ਆਦਮੀ ਪਾਰਟੀ ਨੂੰ ਇੱਕ ਜੱਜ ਕਹਿੰਦਾ ਕਿ ਤੁਸੀਂ ਇਸ ਨੂੰ ਇੰਪਲੀਮੈਂਟ ਕਰੋ, ਜੋ ਰੂਲ 14 ਦੀ ਅਮੈਂਡਮੈਂਟ 2010 ਦੀ ਹੋਈ ਹੈ, ਉਹਦੇ 'ਚ ਤੁਸੀਂ ਵੀ ਬਾਹਰ ਹੁੰਦੇ ਸੀ, ਸਰਨਾ ਸਾਹਿਬ ਵੀ ਬਾਹਰ ਹੁੰਦੇ ਸੀ। ਸਰਨਾ ਸਾਹਿਬ ਦੀ ਕਿਸਮਤ ਚੰਗੀ ਸੀ, ਉਹਨਾਂ ਦੀ ਕੋਈ ਰਜਿਸਟਰਡ ਸੁਸਾਇਟੀ ਪਈ ਸੀਗੀ, ਤੁਸੀਂ ਬਾਹਰ ਹੋ ਗਏ। ਦੁਬਾਰਾ ਕੋਰਟ ਜਾਂਦੇ ਹੋ ਤਾਂ ਜੱਜ ਤੁਹਾਨੂੰ ਰਿਲੀਫ ਦੇ ਦਿੰਦਾ ਹੈ। ਤਾਂ ਮੈਂ ਸਮਝਦਾ ਇਹ ਕੋਰਟ ਕਚਹਿਰੀ ਦਾ ਮਾਮਲਾ ਹੈਗਾ, ਇਹਦੇ 'ਚ ਕੋਈ ਸਿਆਸਤ ਹੈ। ਇਸ ਤਰੀਕੇ ਸਿਆਸਤ ਤੁਸੀਂ ਤੇ ਆਪ ਸਾਨੂੰ ਕਿਹਾ ਸੀਗਾ ਨਾ ਕਿ ਇੱਕ ਐਫੀਡੇਵਿਟ ਦੇ ਕੇ ਬਾਅਦ ਚ ਜਾਂਦੇ ਨੇ, ਤੇ ਹੁਣ ਤੱਕ ਮੈਂ ਮਨਜਿੰਦਰ ਸਿੰਘ ਸਿਰਸਾ ਨੂੰ ਪੁੱਛਿਆ ਕਿ ਉਹ ਕਹਿੰਦੇ ਜੀ ਕਿਸਾਨੀ ਅੰਦੋਲਨ ਕਰਕੇ, ਕਿਸਾਨੀ ਅੰਦੋਲਨ 'ਚ ਕੰਮ ਕਰਨ ਕਰਕੇ ਉਹਨਾਂ ਦਾ ਜਿਹੜਾ ਸਿੰਬਲ ਹੈ ਉਹਨੂੰ ਉਹਨਾਂ ਦਾ ਖਾਮਿਆਜ਼ਾ ਭੁਗਤਣਾ ਪਿਆ। ਪਰ ਮੈਂ ਫਿਰ ਸਵਾਲ ਕੀਤਾ ਕਿ ਵੀ ਇਹ ਤੇ ਪਿਛਲੀ ਵਾਰੀ ਵੀ ਹੋਇਆ ਸੀਗਾ। ਉਹਨਾਂ ਨੇ ਕਿਹਾ ਨਹੀਂ, ਪਹਿਲੇ ਕਦੀ ਨਹੀਂ ਹੋਇਆ, ਤੁਸੀਂ ਪਿਛਲੀ ਵਾਰੀ ਪ੍ਰਧਾਨ ਸੀਗੇ ਪਾਰਟੀ ਦੇ, ਉਦੋਂ ਕੀ ਹੋਇਆ ਸੀਗਾ? ਐਫੀਡੇਵਿਟ ਦੀ ਕਹਾਣੀ ਤਾਂ ਉਦੋਂ ਵੀ ਸੀਗੀ। ਆਖਿਰ ਕਿਉਂ ਉਦੋਂ ਵੀ ਤਾਂ ਸਾਰੇ ਮੈਂਬਰਾਂ ਨੇ, ਜਿੱਧਰ ਤੱਕ ਮੈਨੂੰ ਯਾਦ ਹੈ, ਸਾਰੇ ਮੈਂਬਰਾਂ ਨੇ ਇੱਕ ਪਾਰਟੀ ਤੋਂ ਵੀ ਨੋਮੀਨੇਸ਼ਨ ਭਰਿਆ ਸੀ ਔਰ ਇੱਕ ਇੰਡੀਪੈਂਡੈਂਟ ਵੀ ਭਰਿਆ ਸੀਗਾ, ਜੇ ਮੈਂ ਗਲਤ ਨਹੀਂ ਆ ਤੇ। 100% ਇਦਾਂ ਹੀ ਹੋਇਆ ਸੀਗਾ, ਇਹੀ ਹੋਇਆ ਸੀ। ਸਰਸਾ ਸਾਹਿਬ ਜਿਹੜੇ ਨੇ ਉਹ ਵਿਕਟਿਮ ਕਾਰਡ ਪਲੇ ਕਰਨਾ ਚਾਹੁੰਦੇ ਨੇ। ਦੇਖੋ ਮੈਂ ਕਿਸਾਨਾਂ ਦੀ ਮਦਦ ਕੀਤੀ, ਮੇਰੇ ਨਾਲ ਧੱਕਾ ਹੋ ਰਿਹਾ, ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਸਿੰਬਲ ਬਚਾ ਲਿਆ। ਬਿਲਕੁਲ ਇਹ ਗੱਲ ਨਹੀਂ, ਇਹ ਕਾਨੂੰਨ ਦੇ ਦਾਇਰੇ 'ਚ ਲੜਾਈ ਚੱਲਦੀ ਪਈ ਹੈ। ਪਿਛਲੀ ਵਾਰੀ ਕਿਸਾਨਾਂ ਦੀ ਕਿਹੜੀ ਗੱਲ ਸੀ ਕਿ 2017 ਜਦੋਂ ਮੈਂ ਪ੍ਰਧਾਨ ਸੀ, ਮੈਂ ਵੀ ਤਾਂ ਸਿੰਬਲ ਕੱਢ ਕੇ ਲੈ ਗਿਆ ਸੀ ਨਾ, ਤੇ ਉਹ ਕਿਹੜੀ ਮਤਲਬ ਅਸੀਂ ਤੁਖਮ ਕੋਈ ਚੀਜ਼ ਕਰ ਦਿੱਤੀ ਸੀ। ਜਿਹੜੀਆਂ ਕਮੀਆਂ ਪੇਸ਼ੀਆਂ ਕਾਨੂੰਨ ਸੀ ਉਹਦੇ 'ਚੋਂ ਅਸੀਂ ਨਿਕਲ ਗਏ। ਇਸ ਵਾਰੀ ਇਹ ਵੀ ਨਿਕਲ ਗਏ ਨੇ। ਉਹਦੇ ਕਿਸਾਨੀ ਮੋਰਚੇ ਨਾਲ ਜੋੜਨ ਦਾ ਤਾਂ ਕੋਈ ਮਤਲਬ ਹੀ ਹੈ ਨਹੀਂਗਾ। ਕਿਸਾਨੀ ਮੋਰਚਾ, ਕਿਉਂਕਿ ਤੁਸੀਂ ਸੰਗਤ ਤੋਂ ਸਿੰਪੈਥੀ ਲੈਣਾ ਚਾਹੁੰਦੇ ਹੋ, ਤੁਸੀਂ ਇਲੈਕਸ਼ਨਾਂ ਦੇ ਵਿੱਚ ਉਹਦਾ ਅਸਰ ਦੇਣਾ ਚਾਹੁੰਦੇ ਹੋ। ਕਹਿੰਦੇ ਪਿਛਲੀ ਵਾਰੀ ਸਿੰਬਲ ਕੈਂਸਲ ਹੀ ਨਹੀਂ ਸੀ ਹੋਇਆ, ਤੁਸੀਂ ਕਹਿ ਰਹੇ ਹੋ ਐਫੀਡੇਵਿਟ ਦੇ ਕੇ ਬਚੇ ਆ। ਇਹ ਗੱਲ ਨਹੀਂ ਸਮਝ ਆ ਰਹੀ। ਮੈਂ ਇਹ ਸਮਝ ਰਿਹਾ ਕਿ ਸਾਰ ਸੁਖਬੀਰ ਸਿੰਘ ਬਾਦਲ ਨੇ, ਕਦੀ ਇਦਾਂ ਹੁੰਦਾ ਹੈ ਕਿ 46 ਦੇ 46 ਬੰਦੇ 1 ਫਰਵਰੀ ਤੋਂ 2017 ਤੋਂ ਨੋਮੀਨੇਸ਼ਨ ਸ਼ੁਰੂ ਹੋਈ ਔਰ 8 ਫਰਵਰੀ ਲਾਸਟ ਡੇ ਹੋਵੇ। ਲਾਸਟ ਡੇ ਨੂੰ ਕੋਈ ਨੋਮੀਨੇਸ਼ਨ ਭਰਦਾ? ਨੋਮੀਨੇਸ਼ਨ ਤੇ ਪਹਿਲਾਂ ਹੀ ਭਰ ਦਿੰਦੇ ਨੇ ਕਿ ਜੇ ਕੋਈ ਰਿਜੈਕਟ ਹੋ ਜਾਏ ਤਾਂ ਦੁਬਾਰਾ ਸਾਡੇ ਕੋਲ ਚਾਂਸ ਹੋ ਜਾਵੇ। ਮੈਂ ਸਮਝਦਾ ਕਿ ਇਹ, ਮੈਂ ਪ੍ਰੈਜ਼ੀਡੈਂਟ ਸੀ, ਮੈਨੂੰ ਪਤਾ ਪਿਛਲੀ ਵਾਰੀ ਕੀ ਹੋਇਆ, ਸੋ ਇਸ ਕਰਕੇ ਪੰਗਾ ਪਿਛਲੀ ਵਾਰੀ ਵੀ ਸੀ ਔਰ ਇਸ ਵਾਰੀ ਵੀ ਸੀ। ਹੁਣ ਇਲੈਕਸ਼ਨ ਦੀ ਜੇ ਗੱਲ ਕਰਦੇ ਆ, ਇਲੈਕਸ਼ਨ ਦੀ ਡੇਟ ਤਕਰੀਬਨ ਫਾਈਨਲ ਹੋ ਗਈ ਹੈ, ਸਾਰੇ ਮੈਦਾਨ 'ਚ ਨੇ। 20-25 ਦਿਨਾਂ ਦੇ ਵਿੱਚ ਇਲੈਕਸ਼ਨ ਹੈ, 28 ਤਰੀਕ ਨੂੰ ਰਿਜ਼ਲਟ ਆ ਜਾਣਾ। ਆਪਣੇ ਆਪ ਨੂੰ ਜਾਗੋ ਪਾਰਟੀ ਕਿੱਥੇ ਖੜਾ ਦੇਖਦੀ ਹੈ? ਦੂਜੀ ਕੈਂਡੀਡੇਟਾਂ ਦੀ ਤੁਸੀਂ ਲਿਸਟ ਜਾਰੀ ਵੀ ਕਰ ਦਿੱਤੀ ਹੈ, ਤਕਰੀਬਨ ਕਿੰਨੇ ਕੈਂਡੀਡੇਟ ਤੁਹਾਡੇ ਬਾਹਰ ਆ ਚੁੱਕੇ ਨੇ, ਮੈਦਾਨ 'ਚ ਨੇ? 46 ਚੋਂ 30 ਦੀ ਮੈਂ ਲਿਸਟ ਜਾਰੀ ਕਰ ਦਿੱਤੀ ਹੈ। ਜਿਸ ਤਰੀਕੇ ਨਾਲ ਸਾਡੇ ਕੋਲ 70 ਸਾਲ ਦਾ ਇਤਿਹਾਸ ਹੈ, ਜਹਦਰ ਸੰਤੋਖ ਸਿੰਘ ਜੀ ਦਾ 31 ਸਾਲ ਦਾ, 40 ਸਾਲ ਮੈਨੂੰ ਹੋ ਗਏ। 84 ਦੀ ਲੜਾਈ ਹੋਵੇ, ਸੱਜਣ ਨੂੰ ਅੰਦਰ ਪਾਉਣਾ ਹੋਵੇ, ਅਫਗਾਨੀ ਸਿੱਖਾਂ ਦਾ ਮਸਲਾ ਹੋਵੇ, ਬਲੈਕ ਲਿਸਟ ਮਾਫ ਕਰਾਣੀ ਹੋਵੇ, ਐਡਵਰਸ ਲਿਸਟ ਮਾਫ ਕਰਾਣੀ ਹੋਵੇ, 84 ਦੀ ਯਾਦਗਾਰ ਬਣਾਉਣੀ ਹੋਵੇ, ਲਾਲ ਕਿਲੇ ਤੇ ਫਤਿਹ ਦਿਵਸ ਮਨਾਉਣੇ ਹੋਣ,
ਸਕੂਲਾਂ ਦੇ ਵਿੱਚ ਸਟਰੈਂਥ ਵਧਾਣੀ ਹੋਵੇ, ਟੀਚਰਾਂ ਨੂੰ 6 ਪੇ ਕਮਿਸ਼ਨ ਦੇਣਾ ਹੋਵੇ, ਸਟਾਫ ਦੀ ਤਨਖਾਹ ਡਬਲ ਕਰ ਦਿੱਤੀ ਜਾਵੇ, ਉਹਨਾਂ ਨੂੰ ਹੋਰ ਬੈਨੀਫਿਟ ਗੁਰਦੁਆਰਾ ਕਮੇਟੀ ਦੇ ਸਟਾਫ ਨੂੰ ਦਿੱਤੇ ਹੋਏ, ਜਿਹੜੇ ਜਿਹੜੇ ਕੰਮ ਹੋਏ ਨਾ ਇਹ ਇਤਿਹਾਸਿਕ ਕੰਮ ਹੋਏ ਨੇ, ਉਹਦੇ ਕਰਕੇ ਅਸੀਂ 2017 ਜਿੱਤੇ ਸੀ। ਨਹੀਂ ਤੇ ਜਿਵੇਂ ਮੇਰੀ 1.5 ਸਾਲ ਪੁਰਾਣੀ ਪਾਰਟੀ ਹੈ, ਮੈਨੂੰ ਤਾਂ ਕੈਂਡੀਡੇਟ ਨਹੀਂ ਲੱਭਣੇ ਚਾਹੀਦੇ। ਮੈਂ 46 ਚੋਂ 30 ਕੈਂਡੀਡੇਟ ਅਨਾਉਂਸ ਕਰ ਚੁੱਕਾ ਵਾਂ, ਅਗਲੇ 2 ਦਿਨਾਂ 'ਚ ਮੈਂ ਬਾਕੀ ਦੇ ਕੈਂਡੀਡੇਟ ਵੀ ਅਲਾਉ ਕਰ ਦੇਣੇ ਨੇ। ਯਾਨੀ 46 ਤੇ ਲੜੋਗੇ ਪੂਰੇ? 100% 46 ਤੇ ਸਹੀ ਆਪਣੀ ਕੈਂਡੀਡੇਟ ਲੜਾਂਗੇ ਅਸੀਂ। ਠੀਕ ਹੈ। ਤੇ ਕੀ ਲੱਗਦਾ ਕਿੱਥੇ ਖੜੇ ਦੇਖਦੇ ਹੋ ਜਾਗੋ ਪਾਰਟੀ ਦੇ ਪ੍ਰਚਾਰ ਨੂੰ? ਤੁਸੀਂ 1.5-2 ਸਾਲ ਮੈਨੂੰ ਲੱਗਦਾ ਸਾਰੇ ਕੰਮ ਛੱਡ ਕੇ ਦਿਨ ਰਾਤ ਤੁਸੀਂ ਜਾਗੋ ਪਾਰਟੀ ਦੇ ਪ੍ਰਚਾਰ 'ਚ ਲੱਗੇ ਹੋ, ਜੁਆਇਨਿੰਗ ਕਰਾ ਰਹੇ ਹੋ, ਲਗਾਤਾਰ ਲੋਕਾਂ ਨੂੰ ਜੋੜ ਰਹੇ ਹੋ, ਪਰ ਆਪਣੇ ਆਪ ਨੂੰ ਇਲੈਕਸ਼ਨ 'ਚ ਖੜਾ ਕਿੱਥੇ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਤੁਸੀਂ ਜਿੱਤ ਪਾਓਗੇ? ਕਿੰਨੀ ਕੁ ਸੀਟਾਂ ਦਾ ਕੌਨਫੀਡੈਂਸ ਤੁਸੀਂ ਲੈ ਕੇ ਚੱਲ ਰਹੇ ਹੋ? ਕਿੰਨਾ ਕੁ ਜ਼ੋਰ ਤਾਂ ਖੈਰ ਪੂਰਾ ਲਾ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਕਿੰਨਾ ਕੁ ਜ਼ੋਰ ਚੱਲ ਪਾਏਗਾ? ਇਹ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਸਾਹਮਣੇ ਜੋ ਪਾਰਟੀ ਹੈ ਇੱਕ ਨਵੀਂ ਪਾਰਟੀ ਹੈ, ਮਨਜੀਤ ਸਿੰਘ ਜੀ ਕੇ ਜਾਗੋ ਪਾਰਟੀ ਇੱਕ ਨਵੀਂ ਪਾਰਟੀ ਹੈ। ਨਵੀਂ ਪਾਰਟੀਆਂ ਬਹੁਤ ਵਾਰੀ ਜ਼ੋਰ ਲਾਉਂਦੀਆਂ, ਵਡਾਲਾ ਜੀ ਨੇ ਵੀ ਜ਼ੋਰ ਲਗਾਇਆ ਸੀਗਾ, ਜਥੇਦਾਰ ਰਣਜੀਤ ਸਿੰਘ ਹਰਾਂ ਨੇ ਵੀ ਜ਼ੋਰ ਲਗਾਇਆ ਸੀਗਾ, ਪੰਥਕ ਸੇਵਾ ਦਲ ਨੇ ਬਹੁਤ ਜ਼ੋਰ ਲਗਾਇਆ ਸੀਗਾ, ਮਨਜੀਤ ਸਿੰਘ ਜੀ ਕੇ ਵੀ ਨਵੀਂ ਪਾਰਟੀ ਹੈ, ਜ਼ੋਰ ਲਗਾਉਣ ਜਾ ਰਹੀ ਹੈ। ਸਾਹਮਣੇ ਸਾਹਮਣਾ ਉਸ ਪਾਰਟੀ ਨਾਲ ਹੈ ਜਿਹਨੂੰ ਕਿ ਰੀਸੈਂਟਲੀ ਕਿਸਾਨੀ ਅੰਦੋਲਨ ਦੇ ਵਿੱਚ 150 ਤੋਂ ਵੱਧ ਬੱਚੇ ਜਿਨ੍ਹਾਂ ਨੇ ਬਾਹਰ ਕਢਾਏ ਹੈ, ਜ਼ਮਾਨਤਾਂ ਕਰਾਈ ਉਹਨਾਂ ਲੋਕਾਂ ਦੀ ਕਿਸਾਨੀ ਅੰਦੋਲਨ ਦੇ ਵਿੱਚ, ਲੰਗਰ ਦੀ ਔਰ ਸਾਰੇ ਸਕੂਲ ਬੱਸਾਂ ਦੇ ਉਹਨੂੰ ਬੈੱਡ ਬਣਾ ਦੇਣਾ, ਬੜੇ ਸਾਰੇ ਕੰਮ ਉਹਦੇ ਵਿੱਚ ਕੀਤੇ। ਕੌਮ ਦੀ ਸਪੋਰਟ ਕਹਿੰਦੇ ਕਿ ਮੋਸਟਲੀ ਅਕਾਲੀ ਦਲ ਬਾਦਲ ਦਲ ਦੇ ਨਾਲ ਹੈ। ਇਹਨਾਂ ਹਾਲਾਤਾਂ ਦੇ ਵਿੱਚ ਮਨਜੀਤ ਸਿੰਘ ਜੀ ਕੇ ਆਪਣੇ ਆਪ ਨੂੰ ਕੰਟੈਸਟ ਕਰਦਾ ਕਿੱਥੇ ਨਜ਼ਰ ਆ ਰਿਹਾ? ਜਿਹੜੇ ਕੰਮ ਉਹਨਾਂ ਨੇ ਕੀਤੇ, ਸ਼ਾਇਦ ਉੱਦਾਂ ਦੇ ਕੰਮ ਮੈਂ ਬਹੁਤ ਕੀਤੇ ਕਿਸਾਨੀ ਅੰਦੋਲਨ ਦੇ ਵਿੱਚ, ਭਾਵੇਂ ਉਹ ਹੀਟਰ ਸੀ, ਭਾਵੇਂ ਉਹ ਪੱਖੇ ਸੀ, ਭਾਵੇਂ ਉਹ ਟੈਂਟ ਸੀ, ਭਾਵੇਂ ਉਹ ਰਸਦ ਸੀ, ਭਾਵੇਂ ਉਹ ਬਦਾਮ ਸੀਗੇ ਟਨਾਂ ਦੇ ਟਨ। ਮੈਂ ਸਮਝਦਾ ਕੰਮ ਅਸੀਂ ਬੜੇ ਕੀਤੇ। ਅਸੀਂ ਇਹ ਕੰਮ ਬੜੇ ਕੀਤੇ। ਭਾਵੇਂ ਜ਼ਮਾਨਤਾਂ ਦੀ ਗੱਲ ਕਰ ਲਈਏ, ਭਾਵੇਂ ਕੰਗਨਾ ਰਣੌਤ ਦਾ ਟਵੀਟ ਕੈਂਸਲ ਕਰਾਉਣ ਦੀ ਗੱਲ ਕਰ ਲਈਏ, ਭਾਵੇਂ ਅੱਜ ਤੱਕ ਔਰ ਜ਼ੀ ਨਿਊਜ਼ ਨੂੰ ਕੋਰਟ 'ਚ ਜਾ ਕੇ ਲੰਮਾ ਪਾਉਣ ਦੀ ਗੱਲ ਕਰ ਲਈਏ, ਸੀਸਗੰਜ ਸਾਹਿਬ ਦੇ ਅੱਗੋਂ ਭੜਕਾਊ ਨਾਅਰੇ ਮਾਰਦੇ ਜਲੂਸ ਦੀ ਗੱਲ ਕਰ ਲਈਏ, ਜਦੋਂ 26, 27, 28, 29, 30 ਐਸਾ ਮਾਹੌਲ ਸੀ, ਸਿੱਖ ਕੌਮ ਡਰੀ ਪਈ ਸੀ। ਮੈਨੂੰ ਦੁਨੀਆ ਭਰ ਚੋਂ ਕੀ ਹਿੰਦੁਸਤਾਨ ਦੇ ਕੋਨੇ-ਕੋਨੇ 'ਚੋਂ ਫੋਨ ਆ ਰਹੇ ਸੀ ਦੂਜੀ ਸਟੇਟਾਂ ਤੋਂ ਕਿ ਹमें डर लग रहा है 84 हो सकती है। सर सही है, बिल्कुल सही है। उस दो बहुत जो कौम डरी हुई सी 84 ਹੋਏਗੀ ਸਾਡੇ ਨਾਲ। ਉਸ ਵੇਲੇ ਸਰਸਾ ਸਾਹਿਬ ਜਿਹੜੇ ਭੜਕਾ ਕੇ ਜਿਹੜੇ ਟਰੈਕਟਰ ਚਲਾ ਕੇ ਰਿਹਰਸਲ ਕਰ ਰਹੇ ਸੀ, ਉਹਨਾਂ ਦਾ ਲਾਈਵ ਬੰਦ ਸੀਗਾ। ਉਹ ਸਰਸਾ ਸਾਹਿਬ ਕਿਤੇ ਨਜ਼ਰ ਹੀ ਨਹੀਂ ਆਏ, ਨਾ 26 ਨੂੰ, ਨਾ 27 ਨੂੰ, ਨਾ 28 ਨੂੰ, ਨਾ 29 ਨੂੰ। ਤਾਂ ਰੋਜ਼ ਲਾਈਵ ਹੁੰਦੇ ਆਪਣੇ। ਤੁਸੀਂ ਉਹਨਾਂ ਦੀ ਲਾਈਵ ਦਾ ਤੇ ਮੈਨੂੰ ਤੇ ਸੋਸ਼ਲ ਮੀਡੀਆ ਨਹੀਂ ਆਉਂਦਾ, ਤੁਸੀਂ ਤੇ ਚੈਨਲ ਚਲਾਉਂਦੇ ਹੋ, ਉਹਨਾਂ ਦਾ ਲਾਈਵ ਕੱਢੋ ਖਾਂ ਜਿਹੜੀਆਂ ਡੇਟਾਂ ਮੈਂ ਕਹਿ ਰਿਹਾ ਵਾਂ। ਲੇਕਿਨ ਮੈਂ 26 ਤੋਂ 29 ਦੇ ਵਿੱਚੋਂ ਲਾਈਵ ਹੀ ਨਹੀਂ ਆਏ। ਲਾਈਵ ਆਏ ਨਹੀਂ। ਮੈਂ ਜਿਹੜੇ ਨਿਸ਼ਾਨ ਸਾਹਿਬ ਨੂੰ ਬੱਚੇ ਸਾੜਦੇ ਤੁਸੀਂ ਦੇਖੇ ਸੀਗੇ, ਉਹਦਾ ਕੇਸ ਮੈਂ ਰਜਿਸਟਰ ਕਰਾ ਰਿਹਾ। ਕੰਗਨਾ ਰਣੌਤ ਦਾ ਟਵੀਟ ਮੈਂ ਕੈਂਸਲ ਕਰਾ ਰਿਹਾ ਵਾਂ। ਜੇ ਸੜਕ ਦੇ ਉੱਤੇ ਮੀਆਂ ਬੀਵੀ ਨੂੰ ਕਿਸੇ ਨੇ ਅੱਧੀ ਰਾਤੀ ਕੁੱਟਿਆ 2:30 ਵਜੇ, ਰਾਣੀ ਬਾਗ ਜਾ ਕੇ ਉਹਨਾਂ ਦਾ ਕੇਸ ਮੈਂ ਰਜਿਸਟਰ ਕਰਾ ਰਿਹਾ। ਸਿੱਖ ਬੱਚੇ ਨੂੰ ਕੋਈ ਇੱਥੇ ਕਸ਼ਮੀਰੀ ਗੇਟ ਕੁੱਟਦਾ ਪਿਆ, ਉਹਦਾ ਕੇਸ ਮੈਂ ਜਾ ਕੇ ਰਜਿਸਟਰ ਕਰਾ ਰਿਹਾ। ਇਹ ਸਾਰੀ ਗੱਲਾਂ ਤੁਸੀਂ ਕਵਰ ਕੀਤੀਆਂ ਨੇ ਤੇ ਉਹ ਤਾਂ ਕਿਤੇ ਆਈ ਨਹੀਂ। ਦੂਜੀ ਗੱਲ, ਤੁਸੀਂ ਸਵਾਲ ਸ਼ੁਰੂ ਕੀਤਾ ਸੀ ਜਾਗੋ ਪਾਰਟੀ ਕਿੱਦਾਂ ਚੱਲੇਗੀ। ਦੇਖੋ, ਮੈਨੂੰ ਤਾਂ ਇਹਨਾਂ ਨੇ ਝੂਠੇ ਮੁਕੱਦਮੇ ਪਾ ਕੇ, ਝੂਠੀਆਂ ਸ਼ਿਕਾਇਤਾਂ ਕਰਕੇ, ਚੋਰ ਸਾਬਤ ਕਰਕੇ ਕੱਢਣ ਦੀ ਕੋਸ਼ਿਸ਼ ਕੀਤੀ। 1.5 ਸਾਲ 'ਚ ਨਵੀਂ ਪਾਰਟੀ ਨੂੰ ਕਦੀ ਇੱਦਾਂ ਕੈਂਡੀਡੇਟ ਮਿਲਦੇ ਨੇ? ਤੁਸੀਂ ਸਾਡੇ ਇਕੱਠ ਦੇਖੇ ਨੇ, ਜਿਸ ਤਰੀਕੇ ਨਾਲ ਲੋਕ ਆ ਰਹੇ ਨੇ। ਸਰਸਾ ਸਾਹਿਬ ਨੂੰ ਪੁੱਛਣਾ ਚਾਹੁੰਦਾ, ਸਰਸਾ ਸਾਹਿਬ ਜ਼ਮੀਰ ਕਿੱਥੇ ਹੈ? ਸਰਨਾ ਸਾਹਿਬ ਤੇ ਵੀ FIR ਹੋਈਆਂ, ਸਰਸਾ ਸਾਹਿਬ ਤੇ ਵੀ ਹੋਈ, ਪ੍ਰਧਾਨ ਬਣੇ ਰਹੇ। ਮਨਜੀਤ ਸਿੰਘ ਤੇ FIR ਨਹੀਂ ਹੋਈ ਸੀ। 3 ਮਹੀਨੇ ਬਾਅਦ FIR ਹੁੰਦੀ, ਸਿਰਫ ਕੰਪਲੇਂਟ ਥਾਣੇ 'ਚ ਗਈ ਸੀ, ਅਸਤੀਫਾ ਦੇ ਕੇ ਬਾਹਰ ਆ ਗਿਆ ਸੀ। ਮਖੂ ਸਾਹਿਬ ਨੇ ਮੇਰਾ ਇੰਟਰਵਿਊ ਕੀਤਾ ਸੀ ਇੱਕ ਵਾਰੀ, ਬੜਾ ਮੈਨੂੰ ਟੇਢੇ ਮੇਢੇ ਸਵਾਲ ਮਖੂ ਸਾਹਿਬ ਨੇ ਕੀਤੇ ਸੀ। ਅੱਜ ਮੈਂ ਚਾਹਾਂਗਾ ਮਖੂ ਸਾਹਿਬ ਜੇ ਇਹਨਾਂ ਦਾ ਇੰਟਰਵਿਊ ਲੈਣ ਤੇ ਇਹਨਾਂ ਨੂੰ ਪੁੱਛਣ ਤਾਂ ਸਹੀ ਕਿ ਜੇ ਮਨਜੀਤ ਸਿੰਘ ਅਸਤੀਫਾ ਦੇ ਗਿਆ ਸੀ ਤੇ ਤੁਹਾਡੇ ਤੇ FIR ਹੋ ਗਈ, ਤੁਸੀਂ ਅੰਦਰ ਬਹਿ ਕੇ ਕਾਗਜ਼ ਆਪਣੇ ਸਿੱਧੇ ਪੁੱਠੇ ਕਰਦੇ ਪਏ ਹੋ, ਤੁਸੀਂ ਅਸਤੀਫਾ ਕਿਉਂ ਨਹੀਂ ਦਿੱਤਾ? ਲੋਕਾਂ ਦੀ ਕਚਹਿਰੀ ਚਾਹੁੰਦੇ। ਇਹ ਸਾਰੇ ਡਰਾਮੇ ਕਰ ਰਹੇ ਨੇ ਕਿ ਅਪ੍ਰੈਲ ਦਾ ਮਹੀਨਾ ਅਸੀਂ ਟੀਚਰਾਂ ਨੂੰ ਪੂਰੀ ਤਨਖਾਹ ਦੇ ਦਿਆਂਗੇ। ਭਾਈ 2 ਸਾਲ ਤੋਂ ਕਿਉਂ ਨਹੀਂ ਦਿੱਤਾ? ਕਿਉਂਕਿ ਇਸ ਮਹੀਨੇ ਦੇਣਾ ਸੌਖਾ, 1 ਮਹੀਨਾ ਦੇਣਾ ਸੌਖਾ। ਅੱਜ ਤੁਸੀਂ ਸਟਾਫ ਨੂੰ ਸ਼ਗੂਫੇ ਦਿੰਦੇ ਪਏ ਹੋ, ਤੁਹਾਨੂੰ ਇਨਾਮ ਵੀ ਦੇ ਦਿਆਂਗੇ, ਤੁਹਾਨੂੰ ਪੱਕਾ ਵੀ ਕਰ ਦਿਆਂਗੇ, ਤੁਹਾਨੂੰ ਤਰੱਕੀਆਂ ਵੀ ਦੇ ਦਿਆਂਗੇ। ਸਾਡੇ ਵੇਲੇ ਤਾਂ ਕਦੀ ਮੰਗਣ ਦੀ ਵੀ ਲੋੜ ਨਹੀਂ ਪਈ। ਸਾਹਿਬ, ਸਟਾਫ ਦਾ ਮਸਲਾ, ਟੀਚਰਾਂ ਦਾ ਮਸਲਾ, ਜਿੱਧਰ ਤੱਕ ਮੇਰੀ ਨੌਲੇਜ ਹੈਗੀ ਉਹ ਤੁਹਾਡੇ ਵੇਲੇ ਵੀ ਸੀਗਾ। ਉਹ ਕੋਈ ਮਨਜਿੰਦਰ ਸਿੰਘ ਸਰਸਾ ਨੇ ਆਪ 100% ਪੈਦਾ ਕੀਤਾ ਹੋਇਆ ਨਹੀਂ ਹੋ ਸਕਦਾ। ਮੈਨੂੰ ਲੱਗਦਾ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਤੁਹਾਡੇ ਸਾਹਮਣੇ ਵੀ ਪਣ ਪਿਆ ਸੀਗਾ। ਸੋਲੂਸ਼ਨ ਤਾਂ ਤੁਸੀਂ ਵੀ ਕੱਢ ਸਕਦੇ ਸੀਗੇ ਨਾ। ਗੱਲ ਇੱਧਰ ਤੱਕ ਪਹੁੰਚੀ ਕਿੱਦਾਂ? ਤੁਸੀਂ ਆਪਣੇ ਵੱਲੋਂ ਜਦੋਂ ਪ੍ਰਧਾਨ ਸੀਗੇ ਉਦੋਂ ਸਟਾਫ ਵਾਸਤੇ ਕੀ ਕੰਮ ਕੀਤਾ? ਗੱਲ ਇਹ ਹੈ, 6 ਪੇ ਕਮਿਸ਼ਨ
2006 ਚ ਲਾਗੂ ਹੋਇਆ। ਸਰਨਾ ਸਾਹਿਬ ਨੇ ਪੈਸੇ ਵੀ ਲੈ ਲਏ ਬੱਚਿਆਂ ਤੋਂ, ਦਿੱਤਾ ਨਹੀਂ। ਜਿਸ ਦਿਨ ਮੈਂ ਚਾਰਜ ਲੈਣਾ 2013 ਚ ਮੇਰੇ ਤੇ 150 ਕਰੋੜ ਦੀ ਲਾਇਬਿਲਿਟੀ ਹੈ। ਮੈਂ 2014 6 ਪੇ ਕਮਿਸ਼ਨ ਲਾਗੂ ਕਰ ਦਿੰਦਾ ਵਾ, ਟੀਚਰਾਂ ਨੂੰ ਮਿਲਣਾ ਸ਼ੁਰੂ ਹੋ ਜਾਂਦਾ। ਤਨਖਾਹ ਜੇ 8 ਕਰੋੜ ਰੁਪਏ ਮਹੀਨੇ ਦੀ ਸੀ 9.5 ਕਰੋੜ ਹੋ ਜਾਂਦੀ ਹੈ 6 ਪੇ ਕਮਿਸ਼ਨ ਲਾਗੂ ਕਰਨ ਨਾਲ। 1.5 ਕਰੋੜ ਰੁਪਇਆ ਏਰੀਅਸ ਨੂੰ ਮੈਂ ਨਾਲ ਜੋੜ ਦੇਵਾਂ, 2.5 ਕਰੋੜ ਰੁਪਇਆ ਹੋਰ ਮੈਂ ਦੇ ਰਿਹਾ ਸੀਗਾ। ਮਿਲੇ ਪਰ ਫਿਰ ਵੀ ਤੁਹਾਡੇ ਵਾਲੀ ਵੀ ਸੀ, ਤਨਖਾਹਾਂ ਟਾਈਮ ਤੇ ਨਹੀਂ ਸੀ ਮਿਲਦੀਆਂ ਉਦੋਂ ਸਰ। ਮੈਂ ਕਹਿੰਦਾ ਜੀ ਜਾ ਕੇ ਟੀਚਰਾਂ ਨੂੰ ਪੁੱਛੋ ਨਾ, ਟੀਚਰਾਂ ਨੂੰ ਪੁੱਛੋ। ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ 6 ਪੇ ਕਮਿਸ਼ਨ ਵੀ ਦਿੱਤਾ, ਮੈਂ ਏਰੀਅਰ ਵੀ ਦਿੱਤੇ। ਅੱਜ ਟੀਚਰਾਂ ਨੂੰ ਤੁਸੀਂ 49% ਤਨਖਾਹ ਦੇ ਰਹੇ ਹੋ, 49% ਕਿੰਨੇ ਮਹੀਨਿਆਂ ਤੋਂ। ਦੂਜੀ ਗੱਲ, ਉਹ 6 ਪੇ ਕਮਿਸ਼ਨ ਵੀ ਭੁੱਲ ਗਈਆਂ ਨੇ, ਉਹ ਆਪਣੇ ਏਰੀਅਰ ਵੀ ਭੁੱਲ ਗਈਆਂ ਨੇ। ਰਿਟਾਇਰਡ ਹੋਏ ਟੀਚਰਾਂ ਨੂੰ ਹਿਸਾਬ ਮਿਲ ਗਿਆ ਸੀਗਾ, ਅੱਜ 2-2 ਸਾਲ ਤੋਂ ਬੈਠੀਆਂ ਟੀਚਰਾਂ ਹਿਸਾਬ ਨਹੀਂ ਮਿਲ ਰਹੇ। ਅੱਜ ਤੁਸੀਂ ESI ਤੇ PF ਕੱਟ ਲਿਆ, ਤੁਸੀਂ ਉਹ ਕੋਰਟ 'ਚ ਜਿੱਥੇ ਜਮ੍ਹਾਂ ਕਰਾਉਣਾ ਸਟੈਚੂਟਰੀ ਲਾਇਬਿਲਿਟੀ ਹੈ, ਉਹ ਤੁਸੀਂ ਜਮ੍ਹਾਂ ਨਹੀਂ ਕਰਾ ਪਾ ਰਹੇ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਮੇਰੇ ਵੇਲੇ ਇਹ ਸਾਰਾ ਕੁਝ ਹੋ ਰਿਹਾ ਸੀ, ਤੁਸੀਂ ਗਲਤ ਕਹਿ ਰਹੇ ਹੋ। 200% ਤੁਹਾਡੇ ਕੈਮਰੇ ਤੇ ਕਹਿ ਰਿਹਾ, ਤੁਹਾਡਾ ਸਵਾਲ ਗਲਤ ਹੈ। ਕਿਉਂ? ਟੀਚਰਾਂ ਨੂੰ ਦਿੱਤਾ ਸੀਗਾ। ਨੰਬਰ 1, ਜਿਸ ਦਿਨ ਮੈਂ ਚਾਰਜ ਲਿਆ 20,000 ਬੱਚਾ ਸੀ, ਜਿਸ ਦਿਨ ਮੈਂ ਛੱਡ ਕੇ ਆਇਆ 22,500 ਬੱਚਾ ਸੀਗਾ। ਸਰਸਾ ਸਾਹਿਬ ਅੱਜ 17,500 ਬੱਚਾ, 5,000 ਤਾਂ ਬੱਚਾ ਘਟ ਗਿਆ। ਤੁਸੀਂ ਕਿਹੜੇ ਪਾਸੇ ਇਕਨੋਮਿਕਸ ਮੈਚ ਕਰ ਦਿਓਗੇ? ਤੁਸੀਂ ਅੱਜ ਅਪ੍ਰੈਲ ਦੇ ਮਹੀਨੇ 'ਚ ਬੱਚੇ ਨੂੰ ਵੋਟਾਂ ਪੈਣੀਆਂ ਨੇ ਤੇ ਤੁਸੀਂ ਉਹਨਾਂ ਨੂੰ ਕਹਿਤਾ ਤੁਹਾਨੂੰ ਤਰੱਕੀਆਂ ਵੀ ਦਿੱਤੀਆਂ, ਇਸ ਮਹੀਨੇ ਪੂਰੀ ਤਨਖਾਹ ਦੇ ਦਿਆਂਗੇ। ਪਿਛਲੀ ਗੱਲ ਉਹ ਸਾਲ ਬਾਅਦ ਦਿਆਂਗੇ, ਸਾਲ ਬਾਅਦ ਤੁਸੀਂ ਆਣਾ ਕਿ ਨਹੀਂ ਆਣਾ। ਦੂਜੀ ਗੱਲ, ਫਰਜ਼ ਕਰ ਲਓ ਇਹੀ ਆ ਜਾਂਦੇ ਨੇ, 25 ਤਰੀਕ ਤੋਂ ਬਾਅਦ ਟੀਚਰਾਂ ਨੇ ਕੀ ਕਰ ਲੈਣਾ ਇਹਨਾਂ ਦਾ? ਕੁਛ ਨਹੀਂ ਕਰ ਸਕਣਗੇ, ਕਹਿਣਗੇ ਸਾਡੇ ਕੋਲ ਪੈਸਾ ਹੀ ਹੈ ਨਹੀਂਗਾ। ਇਹ ਸਾਰੇ ਸ਼ਗੂਫੇ ਛੱਡਦੇ ਪਏ ਨੇ, ਜਿਸ ਤਰ੍ਹਾਂ ਤੁਹਾਡੇ ਅੱਗੇ ਸ਼ਗੂਫਾ ਛੱਡਿਆ ਨਾ ਕਿ ਇਹ 17 ਚ ਕਦੀ ਸਾਨੂੰ ਅਸੀਂ ਐਫੀਡੇਵਿਟ ਦਿੱਤਾ ਹੀ ਨਹੀਂ, ਸਾਨੂੰ ਕਦੀ ਕੋਈ ਪ੍ਰੋਬਲਮ ਆਈ ਨਹੀਂ ਸੀਗੀ। ਉਹ ਭਾਈ ਜੇ ਪ੍ਰੋਬਲਮ ਹੀ ਆਈ ਤੇ ਮਨਜੀਤ ਸਿੰਘ ਨੇ ਪਾਰਟੀ ਵੱਲੋਂ ਵੀ ਅਪਲਾਈ ਕੀਤਾ ਸੀਗਾ ਨੋਮੀਨੇਸ਼ਨ, ਤੇ ਐਜ਼ ਇੰਡੀਪੈਂਡੈਂਟ ਵੀ ਕੀਤਾ ਸੀ, ਬੀਇੰਗ ਪ੍ਰੈਜ਼ੀਡੈਂਟ ਆਫ ਅਕਾਲੀ ਦਲ। ਤੁਸੀਂ ਆਪ ਮਾਰ ਕੇ, ਤੁਸੀਂ ਆਪ ਕੀਤਾ ਸੀ? ਮੈਂ ਆਪ ਕੀਤਾ ਸੀ। ਹੋਰ ਕਿੰਨੇ ਕੀਤਾ? ਸਾਰਿਆਂ ਨੇ ਕੀਤਾ ਸੀ। ਸਿੰਘ ਸਰਸਾ ਨੇ ਵੀ 100% ਕੀਤਾ ਸੀ। ਤੁਹਾਡੇ ਚੈਨਲ ਤੇ ਝੂਠ ਮਾਰ ਕੇ ਨਿਕਲ ਜਾਂਦੇ ਨੇ, ਜਦੋਂ ਮਰਜ਼ੀ ਝੂਠ ਬੋਲ ਕੇ ਚਲੇ ਜਾਂਦੇ ਕੋ। ਚਲੋ ਅੱਜ ਜੇ ਕਿਸਾਨੀ ਅੰਦੋਲਨ ਦੀ ਜੇ ਗੱਲ ਕਰੀਏ, 150 ਤੋਂ ਵੱਧ ਲੋਕਾਂ ਨੂੰ ਰਿਹਾ ਕਰਾਇਆ ਹੈ, ਬੇਲ ਕਰਾਈ ਹੈ। ਬੜੇ ਸਾਰੇ ਲੋਕਾਂ ਦੀ ਕਹਿੰਦੇ ਦੁਆ ਉਹਦੇ ਨਾਲ ਹੈਗੀ ਹੈ। ਲੋਕੀ ਇੱਕ ਦੂਸਰੇ ਨੂੰ ਫੋਨ ਕਰਕੇ ਕਹਿ ਰਹੇ ਨੇ ਕਿ ਦਿੱਲੀ ਕਮੇਟੀ ਨੇ ਚੰਗਾ ਕੰਮ ਕੀਤਾ। ਇਸ ਚੀਜ਼ ਨੂੰ ਮੰਨਦੇ ਹੋ ਕਿ ਇਹ ਮੁੱਦਾ ਜਿਹੜਾ ਹੈਗਾ ਦਿੱਲੀ ਕਮੇਟੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਬੈਨੀਫਿਟ ਦੇ ਸਕਦਾ ਹੈ ਕਿ ਵਾਕਈ ਉਹ 150-200 ਲੋਕਾਂ ਦਾ ਭਲਾ ਤਾਂ ਹੋਇਆ ਹੈ ਨਾ, ਕੀਤਾ ਤਾਂ ਹੈ ਹੀ ਨਾ ਕਮੇਟੀ ਨੇ, ਭਾਵੇਂ ਫਰਜ਼ ਨਿਭਾ ਕੇ ਕੀਤਾ ਹੋਵੇ। ਇਹ ਮੁੱਦਾ ਇੱਕ ਵੱਡਾ ਬਣ ਸਕਦਾ? ਮੈਂ ਸਮਝਦਾ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਅਕਾਲੀ ਦਲ ਨੇ। ਐਸਾ ਕਿਉਂ? ਬੀਬਾ ਨੇ ਜਿਸ ਦਿਨ ਆਰਡੀਨੈਂਸ ਸਾਈਨ ਕੀਤਾ ਹੈ ਕੈਬਨਿਟ ਦੇ ਵਿੱਚ, 6 ਮਹੀਨੇ ਵੱਡੇ ਬਾਦਲ, ਛੋਟੇ ਬਾਦਲ, ਮਜੀਠੀਆ, ਸਰਸਾ, ਬੀਬਾ ਉਹਦੇ ਗੁਣ ਗਣਾਉਂਦੇ ਰਹੇ ਕਿ ਬਿੱਲ ਬੜਾ ਚੰਗਾ। ਜਦੋਂ ਲੋਕਾਂ ਤੋਂ ਜੁੱਤੀਆਂ ਪਈਆਂ, ਤੁਸੀਂ ਰਿਵਰਸ ਮਾਰ ਗਏ। ਫਿਰ ਤੁਸੀਂ ਦੇਖਿਆ ਕਿ ਪਿੰਡਾਂ ਸਾਨੂੰ ਵੜਨ ਨਹੀਂ ਦਿੱਤਾ ਜਾ ਰਿਹਾ। ਹੁਣ ਆਪਾਂ ਵੜੀਏ ਕਿੱਦਾਂ? ਜਿਹੜੀ ਇਹ ਗੜਬੜ ਹੋਈ ਹੈ, ਇਹਦੇ 'ਚ ਅਕਾਲੀ ਦਲ ਦਾ ਪੂਰਾ ਹੱਥ ਹੈ। ਕਿਸਾਨਾਂ ਦੀ ਇਹ ਜਿਹੜੀ ਐਜੀਟੇਸ਼ਨ ਨੂੰ ਡਿਰੇਲ ਕਰਨ ਦੀ ਜਿਹੜੀ ਵਾਇਲੈਂਸ ਦਿੱਲੀ ਦੇ ਵਿੱਚ, ਭਾਵੇਂ ਉਹ ਕੁਤਬ, ਭਾਵੇਂ ਉਹ ਲਾਲ ਕਿਲੇ ਤੇ ਹੁੰਦੀ ਹੈ, ਕਿਤੇ ਹੁੰਦੀ ਹੈ, ਉਹਦੇ 'ਚ ਅਕਾਲੀ ਦਲ ਦਾ ਹੱਥ ਹੈ। ਅੱਜ ਤੁਸੀਂ ਟਰਬਲ ਮੇਕਰ ਹੋ ਕੇ ਹੁਣ ਟਰਬਲ ਸ਼ੂਟਰ ਬਣਦੇ ਪਏ ਹੋ। ਦੇਖੋ ਗੜਬੜ ਕਿਹਨਾਂ ਨੇ ਕਰਾਈ ਹੈ? ਇਹ ਗੜਬੜ ਦੇ ਵਿੱਚ ਪੂਰਾ ਇਹਨਾਂ ਦਾ ਹੱਥ ਹੈ ਕਿ ਇਸ ਤਰੀਕੇ ਨਾਲ ਅਸੀਂ ਵਾਪਸ ਆਪਣੀ ਗੁੰਮੀ ਹੋਈ ਜ਼ਮੀਨ ਜਿਹੜੀ ਉਹਨੂੰ ਲੈ ਕੇ ਆਈਏ। ਨੰਬਰ ਤਾਂ ਇਹੀ ਛੁਡਾ ਰਹੇ ਆ ਨਾ, ਮੁੰਡੇ ਥੋੜੀ ਇਹਨਾਂ ਨੇ ਫੜਾ ਦਿੱਤੇ। ਮੈਂ ਹੁਣ ਛੁਡਾਉਣ ਤੇ ਆ ਰਿਹਾ। ਮੈਂ ਪਹਿਲੇ ਤੁਹਾਨੂੰ ਬੈਕਗਰਾਉਂਡ ਦੱਸਦਾ। ਤੁਸੀਂ ਮੁੰਡਿਆਂ ਦੀ ਜ਼ਮਾਨਤ ਕਰਾ ਰਹੇ ਹੋ, ਠੀਕ ਹੈ? 6000 ਬੱਚਿਆਂ ਨੂੰ ਗਿਆ ਨੋਟਿਸ ਦਿੱਲੀ 'ਚ। ਕਈ 6000 ਬੱਚਿਆਂ 6000 ਬੱਚਿਆਂ ਨੂੰ ਨੋਟਿਸ ਗਿਆ, ਔਰ ਕਈ ਬੱਚੇ ਘਰ 'ਚ ਹੀ ਹੈ ਨਹੀਂ ਗਏ, ਆਪਣੇ ਘਰ ਛੱਡ ਕੇ ਗਾਇਬ ਹੋਏ ਨੇ। ਜਿਨ੍ਹਾਂ ਬੱਚਿਆਂ ਦੀ ਤੁਸੀਂ ਜ਼ਮਾਨਤ ਕਰਾਈ ਹੈ ਨਾ, ਇਹ ਮਨਜਿੰਦਰ ਸਿੰਘ ਸਿਰਸਾ ਜਾਂ ਦਿੱਲੀ ਕਮੇਟੀ ਨਹੀਂ ਕਰਾ ਰਹੀ। ਜ਼ਮਾਨਤ ਕਦੀ ਕੋ ਕਰਾ ਸਕਦਾ? ਜ਼ਮਾਨਤ ਹਮੇਸ਼ਾ ਲਾਅ ਪੁਆਇੰਟ ਤੇ ਹੁੰਦੀ ਹੈ। ਉਹ ਆਪਣਾ ਵਕੀਲ ਖੜਾ ਕਰ ਦੇ, ਉਹਨੂੰ ਦਿੱਲੀ ਕਮੇਟੀ ਦੇ ਦੇਵੇ, ਉਹਨੂੰ ਅਕਾਲ ਚੈਨਲ ਦੇ ਦੇਵੇ, ਉਹਨੂੰ ਮਨਜੀਤ ਸਿੰਘ ਦੇ ਦੇਵੇ। ਮੈਂ ਵੀ ਜ਼ਮਾਨਤਾਂ ਕਰਾਈਆਂ ਨੇ, ਉਹ ਜ਼ਮਾਨਤ ਹੋ ਗਈ। ਲੇਕਿਨ 21 ਧਾਰਾਵਾਂ ਲੱਗੀਆਂ ਨੇ, ਜਿਹਦੇ ਵਿੱਚ 307 ਲੱਗੀ ਆ, ਅਟੈਂਪਟ ਟੂ ਮਰਡਰ ਲੱਗੀ, ਜਿਹਦੇ 'ਚ ਆਗਜ਼ਨੀ, ਲੂਟਿੰਗ, ਟ੍ਰੈਸਪਾਸਿੰਗ, ਡੈਮੇਜ ਟੂ ਪਬਲਿਕ ਪ੍ਰਾਪਰਟੀ ਲੱਗੀ ਹੈ। 15 ਤੋਂ 21 ਧਾਰਾਵਾਂ ਹਰੇਕ ਬੱਚੇ ਤੇ ਲੱਗੀਆਂ ਨੇ। ਤੁਸੀਂ ਜ਼ਮਾਨਤ ਤਾਂ ਕਰਾ ਲਈ, 10 ਸਾਲ ਕੇਸ ਚੱਲੇਗਾ, 12 ਸਾਲ ਕੇਸ ਚੱਲੇਗਾ, ਕੌਣ ਵਕੀਲ ਦੇਗਾ? ਸਰਸਾ ਸਾਹਿਬ ਨੇ ਤਾਂ ਘਰ ਵੜ ਜਾਣਾ ਆਪਣੇ। ਜੇ 26 ਤੋਂ 29 ਤੱਕ ਉਹਨਾਂ ਦਾ ਲਾਈਵ ਨਹੀਂ ਖੁੱਲਿਆ,
ਬਾਦਲ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ, ਧਰਮੀ ਫੌਜੀਆਂ ਨੂੰ ਆਵਾਜ਼ ਦੇ ਕੇ ਤੁਸੀਂ ਬੁਲਾਇਆ ਸੀ, ਅੱਧੇ ਰਾਹ 'ਚ ਮਰ ਗਏ ਸੀ, ਅੱਧੇ ਜੇਲ੍ਹ ਭੁਗਤਦੇ ਰਹੇ। ਅੱਜ ਉਹ ਵਿਚਾਰੇ ਆਪਣੀ ਬੱਚੀਆਂ ਦੇ ਵਿਆਹ ਨਹੀਂ ਕਰ ਸਕਦੇ, ਉਹਨਾਂ ਦੇ ਪਰਿਵਾਰ ਖਤਮ ਹੋ ਗਏ, ਲੇਕਿਨ ਤੁਸੀਂ 5 ਵਾਰੀ ਮੁੱਖ ਮੰਤਰੀ ਬਣ ਗਏ। ਇਹ ਜਿਹੜੇ ਬੱਚਿਆਂ ਦੀ ਤੁਸੀਂ ਜ਼ਮਾਨਤਾਂ ਕਰਾਈਆਂ ਨੇ, ਪਤਾ ਤਾਂ ਲੱਗੇਗਾ ਜੇ ਕੋਈ ਕਿਰਾਏ ਤੇ ਰਹਿੰਦਾ, ਜੇ ਕਿਸੇ ਦਾ 25-50 ਗਜ ਦਾ ਮਕਾਨ ਹੈ, ਜਦੋਂ ਮਕਾਨ ਵਿਕ ਗਿਆ 10 ਸਾਲ ਕੇਸ ਕੌਣ ਲੜੇਗਾ। ਅਗਲੀ ਗੱਲ, ਇਹ ਫਲ ਚੱਲਣਗੇ, ਲੰਬੇ ਚੱਲਣਗੇ। ਤੁਹਾਨੂੰ ਯਾਦ ਹੈ ਮੇਰੇ ਕਿਰਪਾਨਾਂ ਮਾਰੀਆਂ ਗਈਆਂ ਸੀ 15 ਨਵੰਬਰ 2012 ਨੂੰ, ਜਿਸ ਦਿਨ ਮੈਂ ਬਿਲਕੁਲ ਯਾਦ, ਰਕਾਬਗੰਜ ਸਾਹਿਬ ਮੀਟਿੰਗ ਅਟੈਂਡ ਕਰਨ ਗਿਆ ਸੀ। ਮੈਂ ਐਜ਼ ਅ ਮੈਂਬਰ ਗਿਆ ਸੀ, ਨਿਹੱਥਾ ਗਿਆ ਸੀ। 90 ਬੰਦੇ ਮੈਨੂੰ ਕਿਰਪਾਨਾਂ ਮਾਰ ਰਹੇ ਨੇ। ਸਰਕਾਰ ਕਾਂਗਰਸ ਦੀ ਸੀ, ਮੇਰੇ ਉੱਤੇ ਹੀ 307 ਲਾਤੀ। ਅੱਜ 2012 ਤੋਂ 2021 ਆ ਗਿਆ, ਕਿੰਨੇ ਸਾਲ? 9 ਸਾਲ। 9 ਸਾਲ। ਮਨਜੀਤ ਸਿੰਘ ਕੁਝ ਹੋਏਗਾ ਨਾ ਜੀ, ਕੋਈ ਤਾਕਤ ਰੱਖਦਾ ਹੋਏਗਾ। ਸਰਕਾਰੇ ਦਰਬਾਰੇ ਕੋਈ ਸਰਕਾਰ ਹੋਵੇ, ਮੇਰੀ ਕਿਤੇ ਨਾ ਕਿਤੇ ਪਹੁੰਚ ਹੋਏਗੀ। ਹਾਲੇ ਤੱਕ ਮੇਰਾ ਮੁਕੱਦਮਾ ਨਹੀਂ ਕੈਂਸਲ ਹੋਇਆ। ਮੈਂ ਰੋਜ਼ ਤੱਕ ਚੱਲ ਰਿਹਾ, ਮੈਂ ਰੋਜ਼ ਤਰੀਕ ਭੁਗਤਣ ਜਾਣਾ ਰਾਊਜ਼ ਐਵਨਿਊ ਕੋਰਟ 'ਚ। ਚਮਨ ਸਿੰਘ ਮੇਰੇ ਨਾਲ ਹੁੰਦਾ, ਪਰਮਜੀਤ ਸਿੰਘ ਰਾਣਾ ਮੇਰੇ ਨਾਲ ਹੁੰਦਾ। ਅੱਜ ਤੱਕ ਮੈਂ ਨਹੀਂ ਕੈਂਸਲ ਕਰਾ ਸਕਿਆ ਝੂਠਾ ਕੇਸ। ਇਹ ਕੇਸ ਕੌਣ ਕੈਂਸਲ ਕਰਾਏਗਾ? ਇਹ 10 ਸਾਲੇ ਬੱਚਿਆਂ ਦੇ ਜਦੋਂ ਸਰਕਾਰੀ ਨੌਕਰੀ ਜਾਂ ਕਿਤੇ ਇਹਨਾਂ ਨੇ MNC ਮਲਟੀਨੈਸ਼ਨਲ ਕੰਪਨੀ ਕੋ ਅਪਲਾਈ ਕੀਤਾ, ਅੱਜ ਪੰਜਾਬ ਸਾਰਾ ਬਾਹਰ ਭੱਜੀ ਜਾਂਦਾ। ਜਦੋਂ ਪਾਸਪੋਰਟ ਅਪਲਾਈ ਕੀਤਾ, ਜਦੋਂ ਇਹਨਾਂ ਨੇ ਆਰਮਜ਼ ਲਾਇਸੈਂਸ ਅਪਲਾਈ ਕੀਤਾ, ਇਹਨਾਂ ਨੂੰ ਜਦੋਂ ਪੁਲਿਸ ਰਿਪੋਰਟ ਮੰਗੀ ਜਾਏਗੀ ਤਾਂ ਕੀ ਆਏਗਾ? 307 ਦਾ ਮੁਕੱਦਮਾ, ਆਗਜ਼ਨੀ ਦਾ ਮੁਕੱਦਮਾ, ਲੂਟਿੰਗ ਦਾ, ਟ੍ਰੈਸਪਾਸਿੰਗ ਦਾ, ਪਬਲਿਕ ਪ੍ਰਾਪਰਟੀ ਡੈਮੇਜ ਦਾ। ਯਾਨੀ ਕਿ ਇਹਨਾਂ ਦਾ ਕੁਝ ਨਾ ਹੈ, ਬਾਹਰ ਜਾ ਸਕਦੇ ਨੇ, ਨਾ ਪਾਸਪੋਰਟ ਬਣਾ ਸਕਦੇ, ਨਾ MNC 'ਚ ਜੌਬ ਕਰ ਸਕਦੇ, ਨਾ ਨੌਕਰੀ ਮਿਲ ਸਕਦੀ ਹੈ। ਇਹਨਾਂ ਦਾ ਭਵਿੱਖ ਖਤਮ ਕਰ ਦਿੱਤਾ ਤੁਸੀਂ ਭਵਿੱਖ ਖਤਮ ਕਰ ਦਿੱਤਾ। ਮੇਰਾ ਇੱਕੋ ਇੱਕ ਚੈਲੰਜ ਹੈ ਕਿ ਇਹ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਕੇਸ ਵਾਪਸ ਕਰਾਊਂਗਾ। ਤੁਸੀਂ ਤੇ ਜ਼ਮਾਨਤਾਂ ਨੂੰ ਲੈ ਕੇ ਟੱਪਦੇ ਪਏ ਹੋ ਨਾ। ਮੈਂ ਇਹ ਬੱਚਿਆਂ ਨੂੰ ਮਰਨ ਨਹੀਂ ਦਿਆਂਗਾ, ਇਹਨਾਂ ਦਾ ਭਵਿੱਖ ਖਤਮ ਨਹੀਂ ਹੋਣ ਦਿਆਂਗਾ। ਇਹ ਕੇਸ ਵਾਪਸ ਕਰਾਵਾਂਗਾ। ਇਹ ਸਰਕਾਰ ਨੂੰ ਕਰਨੇ ਪੈਣਗੇ, ਨਹੀਂ ਕਰਨੇ ਪੈਣਗੇ ਤੇ ਅਸੀਂ ਕਿਹੜਾ ਇਹਨਾਂ ਕੋਲੋਂ ਜਾ ਕੇ ਕੋਈ MLA-ਸ਼ਿਪ ਲੈਣੀ ਹੈ? ਅਸੀਂ ਜਾ ਕੇ ਕਿਹੜੇ ਹੋਟਲਾਂ ਦੇ ਪਲਾਟ ਲੈਣੇ ਨੇ ਸੁਖਬੀਰ ਸਿੰਘ ਬਾਦਲ ਲੰਗਰ? ਅਗਰ ਸਰਕਾਰ ਸਾਡੀ ਇਹ ਗੱਲ ਨਹੀਂ ਮੰਨੇਗੀ, ਇਹ ਬੱਚਿਆਂ ਦਾ ਕਸੂਰ ਕੀ ਸੀ? ਇਹ ਬੱਚੇ ਤੇ ਟੀਵੀ ਦੇਖ ਕੇ ਮੋਟਰਸਾਈਕਲ ਤੋਂ ਲੰਘ ਗਏ, ਤੁਸੀਂ ਉਹਨਾਂ ਨੂੰ ਨੋਟਿਸ ਦੇਣੇ ਸ਼ੁਰੂ ਕਰਤੇ। ਔਰ ਵਾਵਾ ਕੌਣ ਖੱਟ ਰਹੇ ਨੇ? ਅਕਾਲੀ ਦਲ, ਜਿਨੇ ਕੌਮ ਮਰਵਾਤੀ। ਮੈਂ ਇਹ ਸਮਝਦਾ ਵਾਂ, ਜਿਹੜੇ ਬੱਚੇ ਅੰਦਰ ਰਹਿਣੇ ਵੀ ਤੇ ਬੱਚਿਆਂ ਨੂੰ ਜੇਲ੍ਹ ਦੇ ਵਿੱਚ ਵੀ ਤੇ ਨਾ ਰੱਖ ਸਕਦੇ ਸੀਗੇ, ਕਿਸੇ ਨੂੰ ਤੇ ਬਾਹਰ ਕਢਾਣਾ ਹੀ ਸੀਗਾ ਨਾ। ਉਹ ਮੌਕੇ ਦੇ ਹਿਸਾਬ ਨਾਲ ਤੇ ਬਾਹਰ ਕਢਾਣਾ ਠੀਕ ਫੈਸਲਾ। 100% ਉਹ ਤਾਂ ਜ਼ਮਾਨਤ, ਮੈਂ ਤੁਹਾਨੂੰ ਕਹਿ ਰਿਹਾ, ਲਾਅ ਪੁਆਇੰਟ ਤੇ ਹੋ ਰਹੀ ਹੈ। ਕੋਈ ਵੀ ਲੈ ਸਕਦਾ, ਉਹ ਤਾਂ ਕੋਈ ਵੀ ਲੈ ਸਕਦਾ ਸੀਗਾ। ਜਿਹੜੇ ਇਹਨਾਂ ਨੇ ਨਹੀਂ ਜ਼ਮਾਨਤਾਂ ਕਰਾਈਆਂ, ਉਹਨਾਂ ਨੂੰ ਜ਼ਮਾਨਤਾਂ ਨਹੀਂ ਮਿਲੀਆਂ, ਉਹਨਾਂ ਨੂੰ ਵੀ ਜ਼ਮਾਨਤਾਂ ਮਿਲੀਆਂ ਨੇ। ਸਿਚੁਏਸ਼ਨ ਇਹ ਹੈ ਕਿ ਇਹ ਕੇਸਾਂ ਦਾ ਕੀ ਹੋਏਗਾ? ਮੈਨੂੰ ਇਹਦਾ ਜਵਾਬ ਦੇ ਦਿਓ। ਅੱਜ ਦੁਨੀਆ ਵਾਵਾ ਕਰਦੀ ਫਿਰੇ, ਇਹ ਵਕਤ ਦੱਸੇਗਾ ਜਦੋਂ ਇਹ ਬੱਚਿਆਂ ਦੇ ਉੱਤੇ ਕੇਸ ਚੱਲਣਗੇ, ਜਦੋਂ ਇਹਨਾਂ ਦੇ ਮਾਪਿਆਂ ਨੂੰ ਵਕੀਲਾਂ ਦੇ ਜਾਣ ਜੋਗਾ ਪੈਸਾ ਨਹੀਂ ਹੋਏਗਾ। ਦਿੱਲੀ ਕਮੇਟੀ 'ਚ ਜੇ ਇਹਨਾਂ ਵਰਗੇ ਪ੍ਰਧਾਨ ਬੈਠੇ ਤੇ ਕਿਸੇ ਨੇ ਬੂਹਾ ਨਹੀਂ ਖੋਲਣਾ। ਅਸੀਂ ਤੇ ਉਹਨਾਂ ਬੰਦਿਆਂ ਦੀ ਵੀ ਮਦਦ ਕੀਤੀ, ਜੇਲ੍ਹਾਂ ਜਾ ਕੇ ਹਵਾਰਾ ਸਾਹਿਬ ਨੂੰ ਪੁੱਛ ਲਓ, ਤੁਸੀਂ ਲਾਹੌਰੀਆ ਸਾਹਿਬ ਨੂੰ ਪੁੱਛ ਲਓ, ਤੁਸੀਂ ਸਾਰ ਮਤਲਬ ਨਾਮ ਲੈਂਦੇ ਚਲੋ, ਕੁੱਕੀ ਗਿੱਲ ਜੀ ਤੋਂ ਲੈ ਕੇ ਹਾਈਜੈਕਰ ਜਿਹੜੇ ਸੀਗੇ ਸਤਨਾਮ ਸਿੰਘ ਪੌਂਟਾ ਸਾਹਿਬ ਨੂੰ ਪੁੱਛ ਲਓ, ਤੁਸੀਂ ਬੰਦਿਆਂ ਨੂੰ ਪੁੱਛੋ, ਤੁਸੀਂ ਡਾਕਟਰ ਭੁੱਲਰ ਨੂੰ ਪੁੱਛੋ, ਪ੍ਰੋਫੈਸਰ ਭੁੱਲਰ ਨੂੰ, ਕੌਣ ਉਹਨਾਂ ਨਾਲ ਖਲੋਇਆ? ਅਸੀਂ ਖਲੋਏ ਆ। ਇਹਨਾਂ ਨੇ ਤਾਂ ਬੂਹੇ ਨਹੀਂ ਖੋਲ੍ਹਣੇ। ਅੱਜ ਧਰਮੀ ਫੌਜੀ ਆ ਕੇ ਕਿਉਂ ਸਾਡੇ ਕੋਲ 5000 ਜਾਂ 11000 ਦੀ ਚਿੱਠੀ ਲੈ ਕੇ ਆਉਂਦੇ, ਜੀ ਮੈਂ ਬੱਚੀ ਦਾ ਵਿਆਹ ਕਰਨਾ, ਜੀ ਮੇਰਾ ਤਬੀਅਤ ਠੀਕ ਨਹੀਂ, ਮੈਂ ਆਪਰੇਸ਼ਨ ਕਰਾਉਣਾ। ਜੀ ਤੁਸੀਂ ਜ਼ਿੰਦਗੀ ਤਬਾਹ ਕਰਤੀ ਬਾਦਲ ਸਾਹਿਬ। ਅੱਜ ਵੀ ਤੁਸੀਂ ਉਹੀ ਕੀਤਾ। ਇੱਕ ਗੱਲ ਸਮਝ ਲਓ, KPS ਗਿੱਲ ਨੇ ਕਿਤਾਬ 'ਚ ਲਿਖਿਆ ਕਿ ਦਿਨੇ ਬਾਦਲ ਖਾੜਕੂਆਂ ਦਾ ਸੰਸਕਾਰ ਅਟੈਂਡ ਕਰਦਾ ਸੀ, ਸ਼ਾਮੀ ਮੇਰੇ ਨਾਲ ਮੀਟਿੰਗ ਕਰਦਾ ਸੀ ਕਿ ਫਲਾਣੇ ਪਿੰਡ 'ਚ ਬੈਠੇ ਨੇ, ਹੋਰ ਖਾੜਕੂ ਚੱਕ ਦਿਓ। ਅੱਜ ਬਾਦਲ ਸਾਹਿਬ ਤੁਸੀਂ 1982 'ਚ ਬੰਗਲਾ ਸਾਹਿਬ ਆ ਕੇ ਕਨਸਟੀਟਿਊਸ਼ਨ ਫਾੜ ਕੇ ਗਏ ਸੀਗੇ, ਔਰ 5 ਵਾਰੀ ਉਸੇ ਕਨਸਟੀਟਿਊਸ਼ਨ ਦੀ ਸਹੁੰ ਚੁੱਕ ਕੇ ਤੁਸੀਂ ਚੀਫ ਮਿਨਿਸਟਰ ਬਣੇ ਹੋ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਕੀ ਸੀ? ਉਹਦਾ ਸਭ ਤੋਂ ਪਹਿਲਾ ਰੈਜ਼ੋਲੂਸ਼ਨ ਸੀਗਾ ਕਿ ਸਟੇਟਾਂ ਨੂੰ ਵੱਧ ਅਧਿਕਾਰ, ਆਟੋਨਮੀ ਚਾਹੀਦੀ ਹੈ ਸਾਨੂੰ। ਅੱਜ 370 ਦੀ ਧਾਰਾ ਜਦੋਂ ਕਸ਼ਮੀਰ ਤੋਂ ਹਟੀ, ਅਕਾਲੀ ਦਲ ਨੇ ਉਹਦੇ ਹੱਕ 'ਚ ਵੋਟਾਂ ਪਾਈਆਂ। ਤੁਸੀਂ ਤੇ ਆਪਣਾ ਮੂਲ ਛੱਡ ਗਏ, ਕਿਉਂਕਿ ਤੁਹਾਡੀ ਨੂੰਹ ਨੂੰ ਵਜ਼ੀਰੀ ਚਾਹੀਦੀ ਸੀ, ਤੁਹਾਨੂੰ ਹੋਟਲਾਂ ਦੇ ਪਲਾਟ ਚਾਹੀਦੇ ਸੀ। ਮਨਜਿੰਦਰ ਸਿੰਘ ਸਿਰਸਾ ਨੂੰ MLA ਬਣਨਾ ਸੀ, ਹਰਮੀਤ ਕਾਲਕਾ ਨੂੰ MLA ਬਣਨਾ ਸੀ, ਦੋਵਾਂ ਦੀ ਵੋਟੀਆਂ ਨੇ ਕੌਂਸਲਰੀਆਂ ਲੈਣੀਆਂ ਸੀਗੀਆਂ। ਤੁਸੀਂ ਇਹ ਸਿੱਖਾਂ ਦੇ ਲੀਡਰ ਨੇ। ਅੱਜ ਕੌਮ ਭਾਵੇਂ ਵਾਹ ਕਰਦੀ ਰਹੇ, ਅਸਲੀਅਤ ਜਿਹੜੀ ਹੈ ਇਹ ਸਾਹਮਣੇ ਆਏਗੀ। जी बिल्कुल, इलैक्शन बड़ा दिलचस्प रहेगा क्योंकि मनजीत सिंह जी के नवी पार्टी के तौर पर आए ने। देखना रहेगा किस तरीके वो लगातार अकाली दल के जोड़े पोलां ने वो भी खोलते अलग अलग स्टेजा तो नज़र आते हैं। सो इलैक्शन सिंबल नूं रख के जो इन्होंने गल एक तत्थ सामने रखे है कि वाकई हर वारी इलैक्शन सिंबल खतरे च अकाली दल का रहिंदा सीगा। डबल नॉमिनेशन इंडिपेंडेंट के तौर पर भी देनी पैंदी सीगी अकाली दल के सारे 46 मैंबरां नूं, कैंडीडेटां नूं। सो इसे तरीके सारी अपडेट नाल जुड़ते रहांगे। देखते रहो काल चैनल।